ਮਾਂ ਬਣਨਾ ਹਰ ਇੱਕ ਲੇਡੀ ਦੇ ਲਈ ਬਹੁਤ ਹੀ ਖੂਬਸੂਰਤ ਇੱਕ ਸਟੇਜ ਹੁੰਦੀ ਹੈ, ਪਰ ਇਸ ਸਟੇਜ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਕਈ ਵਾਰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਲੇਡੀ ਨੂੰ ਬੈਕ ਪੇਨ ਦੀ ਪ੍ਰੋਬਲਮ ਹੁੰਦੀ ਹੈ, ਸੂਜਨ ਆ ਜਾਂਦੀ ਹੈ ਪੈਰਾਂ ਦੇ ਵਿੱਚ, ਜਾਂ ਫਿਰ ਪ੍ਰੈਗਨੈਂਸੀ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀ ਸਮੱਸਿਆਵਾਂ ਹੁੰਦੀਆਂ ਨੇ ਜੋ ਪ੍ਰੈਗਨੈਂਟ ਲੇਡੀ ਨੂੰ ਜੂਝਣਾ ਪੈਂਦਾ ਹੈ। ਇਹ ਵਰਕਸ਼ਾਪ ਪ੍ਰੀਨੇਟਲ ਯੋਗਾ ਕਲਾਸ ਹੈ। ਇਸ 'ਚ ਜਿਹੜੇ ਪ੍ਰੈਗਨੈਂਟ ਪੇਸ਼ੈਂਟਸ ਹੈ ਉਹਨਾਂ ਲਈ ਇਹ ਕਲਾਸ ਰੱਖੀ ਗਈ ਹੈ। ਕਈ ਵਾਰੀ ਪ੍ਰੈਗਨੈਂਸੀ 'ਚ ਲੇਟ ਪ੍ਰੈਗਨੈਂਸੀ 'ਚ ਬੈਕ ਏਕ ਦੀ ਪ੍ਰੋਬਲਮ ਹੈ, ਲੈਗਸ 'ਚ ਕ੍ਰੈਂਪਸ ਹੁੰਦੇ ਹੈ, ਜਾਂ ਪੇਸ਼ੈਂਟ ਨੂੰ ਬਹੁਤ ਸਟ੍ਰੈਸ ਜਾਂ ਐਂਗਜ਼ਾਇਟੀ ਹੁੰਦੀ ਹੈ ਕਿ ਮੇਰੀ ਡਿਲੀਵਰੀ ਪਤਾ ਨਹੀਂ ਕਿਸ ਤਰ੍ਹਾਂ ਹੋਏਗੀ। ਕੁਝ ਬਰੀਦਿੰਗ ਐਕਸਰਸਾਈਜ਼ਸ ਜਿਵੇਂ ਡਿਲੀਵਰੀ ਵੇਲੇ ਪੇਸ਼ੈਂਟ ਨੂੰ ਕਈ ਵਾਰੀ ਉਹਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਬਰੀਦ ਇਨ ਬਰੀਦ ਆਊਟ ਕਿਵੇਂ ਕਰਨਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਲਾਸ ਅਸੀਂ ऑर्गेनाइज की है। तो वो उस टाइम पीरियड में लेडीज़ को लगता है पता नहीं हम बाउंड हो गए किसी चीज़ में, तो बस उनको मेंटली और फिजिकली प्रिपेयर कराने के लिए योगा इज़ द बेस्ट ऑप्शन। इट इज़ द कॉम्बिनेशन ऑफ माइंड सोल एंड बॉडी, सो इससे बेटर कुछ भी नहीं है। इट्स अ लाइक मेरे हिसाब से ये तो भक्ति है। कुछ आसन अवॉइड भी करने होंगे हैं जो कि इन्हां लई सेफ हैं और हार्मफुल नहीं है, वो वाले आसन असीं कराए ने इन्हां नूं अज। हल्की स्ट्रैचिज, हल्की नैक एक्सरसाइज, शोल्डर एक्सरसाइजिज। पेशेंट्स ਨੂੰ ਇਹ ਡਰ ਹੁੰਦਾ ਕਿ ਅਸੀਂ ਪੇਨਸ ਕਿੱਦਾਂ ਲੈਣੀਆਂ ਨੇ, ਇਸ ਕਰਕੇ ਉਹ ਪਹਿਲਾਂ ਹੀ ਕਹਿ ਦਿੰਦੇ ਅਸੀਂ ਸਰਜਰੀ ਕਰਾਣੀ ਹੈ, ਜਦ ਕਿ ਨਾਰਮਲ ਡਿਲੀਵਰੀ ਵਰਗੀ ਰੀਸ ਸਰਜਰੀ ਨਾਲ ਨਹੀਂ ਹੁੰਦੀ। ਸੋ ਇਸ ਕਰਕੇ ਇੱਕ ਤਾਂ ਉਹਨਾਂ ਦਾ ਕੋਈ ਵੀ ਐਕਟੀਵਿਟੀ ਨਹੀਂ ਹੁੰਦੀ, ਇਸ ਕਰਕੇ ਉਹ ਨਾਰਮਲ ਡਿਲੀਵਰੀ ਦੇ ਚਾਂਸਸ ਘੱਟ ਜਾਂਦੇ। ਇਹਦੇ ਨਾਲ ਕੀ ਹੁੰਦਾ, ਤੁਹਾਡੇ ਪੈਲਵਿਕ ਮਸਲ ਸਟਰੋਂਗ ਹੁੰਦੇ ਨੇ, ਪੇਨ ਦੇ ਵਿੱਚ ਤੁਹਾਨੂੰ ਹੈਲਪ ਹੁੰਦੀ ਹੈ, ਪਲੱਸ ਮੈਂਟਲੀ ਤੁਹਾਨੂੰ 9 ਮਹੀਨੇ ਸਟਰੋਂਗ ਕੀਤਾ ਜਾਂਦਾ ਕਿ ਤੁਸੀਂ ਪੇਨਸ ਲੈਣੀਆਂ ਨੇ ਐਂਡ ਯੂ ਆਰ ਕੈਪੇਬਲ ਫॉर दैट। बहुत ज़्यादा सूदिंग तो रिलैक्सिंग सैशन सीगा, तो एक बहुत ही अमेजिंग सैशन जो राणा हॉस्पिटल ने ऑर्गेनाइज किया, तो मैं राणा हॉस्पिटल में बहुत ज़्यादा थैंक यू करना चाहूँगी इस सैशन ਲਈ। मैम बहुत वधिया सीगा। फस्ट ऑफ ऑल आई वुड लाइक टू थैंक्स राणा हॉस्पिटल एंड वधिया सी काफ़ी, क्योंकि माइंड भी रिलैक्स होया, बॉडी भी रिलैक्स हुई है। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪਰਮਜੀਤ ਕੌਰ। ਮਾਂ ਬਣਨਾ ਹਰ ਇੱਕ ਲੇਡੀ ਦੇ ਲਈ ਬਹੁਤ ਹੀ ਖੂਬਸੂਰਤ ਇੱਕ ਸਟੇਜ ਹੁੰਦੀ ਹੈ, ਪਰ ਇਸ ਸਟੇਜ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਕਈ ਵਾਰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਲੇਡੀ ਨੂੰ ਬੈਕ ਪੇਨ ਦੀ ਪ੍ਰੋਬਲਮ ਹੁੰਦੀ ਹੈ, ਸੂਜਨ ਆ ਜਾਂਦੀ ਹੈ ਪੈਰਾਂ ਦੇ ਵਿੱਚ, ਜਾਂ ਫਿਰ ਪ੍ਰੈਗਨੈਂਸੀ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀ ਸਮੱਸਿਆਵਾਂ ਹੁੰਦੀਆਂ ਨੇ ਜੋ ਪ੍ਰੈਗਨੈਂਟ ਲੇਡੀ ਨੂੰ ਜੂਝਣਾ ਪੈਂਦਾ ਹੈ। ਤੇ ਅੱਜ ਅਸੀਂ ਪਹੁੰਚੇ ਰਾਣਾ ਹਸਪੀਟਲ ਦੇ ਵਿੱਚ। ਰਾਣਾ ਹਸਪੀਟਲ ਦੇ ਵਿੱਚ ਪ੍ਰੈਗਨੈਂਟ ਲੇਡੀ ਨੂੰ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਉਸ ਨੂੰ ਦੂਰ ਕਰਨ ਦੇ ਲਈ ਇੱਕ ਯੋਗਾ ਕਲਾਸ ਵਰਕਸ਼ਾਪ ਜਿਹੜੀ ਕਿ ਆਰਗੇਨਾਈਜ਼ ਕੀਤੀ ਗਈ ਹੈ। ਸੋ ਕਾਫੀ ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੇ ਇਸ ਵਰਕਸ਼ਾਪ ਦੇ ਵਿੱਚ ਭਾਗ ਲਿਆ ਔਰ ਐਕਸਰਸਾਈਜ਼ ਵੀ ਕੀਤੀ ਹੈ। ਸੋ ਅੱਜ ਸਾਡੇ ਨਾਲ ਮੌਜੂਦ ਨੇ ਰਾਣਾ ਹਸਪੀਟਲ ਦੇ ਗਾਇਨੋਕੋਲੋਜਿਸਟ ਤੇ ਆਈਵੀਐਫ ਸਪੈਸ਼ਲਿਸਟ ਡਾਕਟਰ ਵਿਜੇਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਮੈਮ। ਸੋ ਮੈਮ, ਜਿਹੜਾ ਕਿ ਅੱਜ ਵਰਕਸ਼ਾਪ ਆਰਗੇਨਾਈਜ਼ ਕੀਤੀ ਗਈ ਹੈ, ਸੋ ਕੀ ਕਹਿਣਾ ਉਹਦੇ ਬਾਰੇ? ਇਹ ਵਰਕਸ਼ਾਪ ਪ੍ਰੀਨੇਟਲ ਯੋਗਾ ਕਲਾਸ ਹੈ। ਇਸ 'ਚ ਜਿਹੜੇ ਪ੍ਰੈਗਨੈਂਟ ਪੇਸ਼ੈਂਟਸ ਹੈ ਉਹਨਾਂ ਲਈ ਇਹ ਕਲਾਸ ਰੱਖੀ ਗਈ ਹੈ ਕਿ ਜਿਵੇਂ ਕੁਝ ਪ੍ਰੋਬਲਮਸ ਹੁੰਦੀਆਂ, ਕਈ ਵਾਰੀ ਪ੍ਰੈਗਨੈਂਸੀ 'ਚ ਲੇਟ ਪ੍ਰੈਗਨੈਂਸੀ 'ਚ ਬੈਕ ਏਕ ਦੀ ਪ੍ਰੋਬਲਮ ਹੈ, ਲੈਗਸ 'ਚ ਕ੍ਰੈਂਪਸ ਹੁੰਦੇ ਹੈ, ਜਾਂ ਪੇਸ਼ੈਂਟ ਨੂੰ ਬਹੁਤ ਸਟ੍ਰੈਸ ਜਾਂ ਐਂਗਜ਼ਾਇਟੀ ਹੁੰਦੀ ਹੈ ਕਿ ਮੇਰੀ ਡਿਲੀਵਰੀ ਪਤਾ ਨਹੀਂ ਕਿਸ ਤਰ੍ਹਾਂ ਹੋਏਗੀ। ਕੁਝ ਬਰੀਦਿੰਗ ਐਕਸਰਸਾਈਜ਼ਸ ਜਿਵੇਂ ਡਿਲੀਵਰੀ ਵੇਲੇ ਪੇਸ਼ੈਂਟ ਨੂੰ ਕਈ ਵਾਰੀ ਉਹਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਬਰੀਦ ਇਨ ਬਰੀਦ ਆਊਟ ਕਿਵੇਂ ਕਰਨਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਲਾਸ ਅਸੀਂ ऑर्गेनाइज ਕੀਤੀ ਹੈ, ਤਾਂ ਕਿ ਪੇਸ਼ੈਂਟਸ ਨੂੰ ਚਾਂਸਸ ਇਨਕਰੀਜ਼ ਹੋ ਜਾਂਦੇ ਇਹਦੇ ਨਾਲ ਨਾਰਮਲ ਡਿਲੀਵਰੀ ਦੇ, ਪਲੱਸ ਉਹਦੇ ਜਿਹੜੇ ਮਸਲਸ ਹੈ ਬੋਡੀ ਦੇ ਜਿਹੜੇ ਕਿ ਡਿਲੀਵਰੀ ਵੇਲੇ ਹੈਲਪ ਕਰਦੇ ਆ ਉਹਨਾਂ ਦੀ ਫਲੈਕਸੀਬਿਲਿਟੀ ਤੇ ਇੰਡਿਓਰੈਂਸ ਤੇ ਸਟਰੈਂਥ ਇਨਕਰੀਜ਼ ਹੋ ਜਾਂਦੀ ਹੈ। ਮੈਮ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਪਹਿਲਾਂ ਸਮੇਂ ਦੇ ਵਿੱਚ ਇੰਨੀਆਂ ਪ੍ਰੋਬਲਮਸ ਨਹੀਂ ਹੁੰਦੀਆਂ ਸੀਗੀਆਂ, ਪਹਿਲਾਂ ਨਾਰਮਲ ਡਿਲੀਵਰੀਜ਼ ਵੀ ਕਾਫੀ ਹੁੰਦੀਆਂ ਸੀ, ਪਰ ਅੱਜ ਕੱਲ੍ਹ ਜੋ ਲੇਡੀ ਪ੍ਰੈਗਨੈਂਟ ਹੁੰਦੀ ਹੈ ਉਸਨੂੰ ਇੱਕ ਮੈਡੀਕੇਸ਼ਨ ਵੀ ਕਾਫੀ ਮਤਲਬ ਕਿ ਲੈਣੀ ਪੈਂਦੀ ਹੈ, ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮਸ ਵੀ ਕਾਫੀ ਆ ਜਾਂਦੀਆਂ ਨੇ, ਸਿਜ਼ੇਰੀਅਨ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ? ਦੇਖੋ, ਪਹਿਲਾਂ ਤੇ ਹੁਣ 'ਚ ਇਹ ਫਰਕ ਹੈ ਕਿ ਪਹਿਲਾਂ ਆਪਾਂ ਫਿਜ਼ੀਕਲੀ ਬਹੁਤ ਐਕਟਿਵ ਹੁੰਦੇ ਸੀ, ਘਰ ਦਾ ਸਾਰਾ ਕੰਮ ਲੇਡੀਜ਼ ਖੁਦ ਕਰਦੀਆਂ ਸੀ, ਹੋਰ ਵੀ ਅੰਦਰਲੇ ਬਾਹਰਲੇ ਕੰਮ, ਫਿਜ਼ੀਕਲ ਐਕਟੀਵਿਟੀ ਬਹੁਤ ਸੀ। ਉਹ ਫਿਜ਼ੀਕਲ ਐਕਟੀਵਿਟੀ ਹੁਣ ਨਹੀਂ ਹੈ। ਉਹਦੇ ਕਰਕੇ ਜੇ ਉਸ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਤਾਂ ਐਟਲੀਸਟ ਜਿਹੜੀਆਂ ਇਹ ਕਲਾਸਿਸ ਹੈ ਉਹਨਾਂ ਨਾਲ ਕਾਫੀ ਹੈਲਪ ਮਿਲਦੀ ਹੈ। ਜੇ ਆਪਾਂ 2 to 3 ਕਲਾਸਿਸ ਪਰ ਵੀਕ ਵੀ ਰੱਖੀਏ ਤਾਂ ਬਾਏ ਦਾ ਐਂਡ ਆਫ ਡਿਲੀਵਰੀ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਚੀਜ਼ ਦਾ। ਐਂਡ ਉਹਦੇ ਨਾਲ ਤੁਹਾਡਾ BP ਵਧਣ ਦੇ ਚਾਂਸਸ, ਤੁਹਾਡੇ ਟਾਈਮ ਤੋਂ ਪਹਿਲਾਂ ਡਿਲੀਵਰੀ ਹੋਣ ਦੇ ਚਾਂਸਸ, ਐਂਡ ਤੁਹਾਡਾ ਇਨ ਜਨਰਲ ਸਟੈਮਿਨਾ ਐਂਡ ਇੰਡਿਓਰੈਂਸ ਕਾਫੀ ਇੰਪਰੂਵਮੈਂਟ ਆਉਂਦੀ ਹੈ। ਮੈਮ, ਕੀ ਇੱਕ ਤੁਸੀਂ ਮੈਸੇਜ ਦੇਣਾ ਚਾਹੋਗੇ? ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਇਹ ਯੋਗਾ ਕਲਾਸ ਜਿਹੜੀ ਹੈ ਜਾਂ ਜੋ ਵੀ ਐਕਸਰਸਾਈਜ਼ ਆਪਾਂ ਕਰਦੇ ਹਾਂ ਐਕਸਪਰਟ ਦੀ ਗਾਈਡੈਂਸ ਦੇ ਅੰਡਰ ਕਰਨੀ ਚਾਹੀਦੀ ਹੈ। ਘਰੇ ਨਹੀਂ
ਪ੍ਰੈਕਟਿਸ ਕਰਨਾ ਚਾਹੀਦਾ ਬਿਕੋਜ਼ ਤੁਹਾਡੀ ਬਾਡੀ ਦਾ ਜਿਹੜਾ weight increase ਹੋ ਗਿਆ ਹੁੰਦਾ ਇਸ ਟਾਈਮ ਐਂਡ ਉਹਦੇ ਕਰਕੇ ਤੁਹਾਡਾ ਸੈਂਟਰ ਆਫ ਗ੍ਰੈਵਿਟੀ ਸ਼ਿਫਟ ਹੋ ਜਾਂਦਾ ਐਂਡ ਦੇਰ ਇਜ਼ ਅ ਚਾਂਸ ਕਿ ਇੰਜਰੀ ਹੋ ਸਕਦੀ ਹੈ, ਫਾਲ ਹੋ ਸਕਦਾ। ਸੋ ਇਟਸ ਬੈਟਰ ਕਿ ਆਪਾਂ ਕਿਸੇ ਦੀ ਗਾਈਡੈਂਸ ਦੇ ਅੰਡਰ ਕਰੀਏ ਐਂਡ ਵੈਸੇ ਵੀ ਜਦੋਂ ਆਪਾਂ ਯੋਗਾ ਕਲਾਸ 'ਚ ਆਉਂਦੇ ਹਾਂ ਤਾਂ ਆਪਾਂ ਦੂਸਰੇ ਪੇਸ਼ੈਂਟਸ ਨਾਲ ਵੀ ਕਨੈਕਟ ਕਰਦੇ ਹਾਂ, ਉਹ ਵੀ ਤੁਹਾਡੇ ਨਾਲ ਹੈ ਜਰਨੀ 'ਚ, ਉਹ ਆਪਣੇ ਸਟ੍ਰੈਸ, ਆਪਣੇ ਟੈਨਸ਼ਨਸ, ਆਪਣੇ ਫੀਅਰਸ ਆਪਾਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹਾਂ। ਸੋ ਇੱਕ ਕਮਿਊਨਿਟੀ, ਇੱਕ ਸਪੋਰਟ ਗਰੁੱਪ ਬਣ ਜਾਂਦਾ ਜਿਹਦੇ ਨਾਲ ਤੁਹਾਨੂੰ ਕਾਫੀ ਰਿਲੈਕਸੇਸ਼ਨ ਐਂਡ ਹੈਲਪ ਮਿਲਦੀ ਹੈ। ਸੋ ਅੱਜ ਦੇ ਸੈਸ਼ਨ ਦੇ ਵਿੱਚ ਯੋਗਾ ਐਕਸਪਰਟ ਮਿਸ ਤਾਨੀਆ ਵੀ ਸਾਡੇ ਨਾਲ ਨੇ, ਸੋ ਗੱਲਬਾਤ ਕਰਦੇ ਹਾਂ। ਹੈਲੋ ਮੈਮ। ਹੈਲੋ ਮੈਮ। ਸੋ ਮੈਮ ਅੱਜ ਜਿਹੜਾ ਕਿ ਸੈਸ਼ਨ ਰੱਖਿਆ ਗਿਆ ਪ੍ਰੈਗਨੈਂਟ ਲੇਡੀਜ਼ ਨੂੰ ਤਾਂ ਜੋ ਵੀ ਦਿੱਕਤਾਂ ਆਉਂਦੀਆਂ ਨੇ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਔਰ ਜਾਂ ਫਿਰ ਜੋ ਚਾਹੁੰਦੇ ਨੇ ਕਿ ਨਾਰਮਲ ਡਿਲੀਵਰੀ ਹੋਏ, ਕਿਉਂਕਿ ਐਕਟੀਵਿਟੀਜ਼ ਅੱਜ ਕੱਲ੍ਹ ਬਹੁਤ ਘੱਟ ਹੋ ਗਈਆਂ ਨੇ, ਸੋ ਕੀ ਕਹਿਣਾ ਮੈਮ? ਦੇਖੋ ਐਕਟੀਵਿਟੀਜ਼ ਪਹਿਲਾਂ ਕੀ ਹੁੰਦਾ ਸੀਗਾ, ਘਰ ਦੇ ਸਾਰੇ ਕੰਮ ਲੇਡੀਜ਼ ਆਪ ਕਰਦੀਆਂ ਸੀ, ਪੋਚੇ ਵੀ ਮਾਰਨੇ, ਇਹ ਕਰਨਾ, ਉਹਦੇ ਨਾਲ ਤੁਹਾਡੇ ਆਲਰੇਡੀ ਪੈਲਵਿਕ ਮਸਲਸ ਸਟਰੋਂਗ ਹੋ ਜਾਂਦੇ ਸੀ ਜਿਹੜੀ ਕਿ ਨਾਰਮਲ ਡਿਲੀਵਰੀ 'ਚ ਬਹੁਤ ਹੈਲਪਫੁਲ ਹੁੰਦੇ ਆ। ਹੁਣ ਕੀ ਹੈ, ਬੱਚੇ ਐਕਟੀਵਿਟੀ ਉਹੀ ਕਰਦੀਆਂ, ਕੋਈ ਵੀ ਨਹੀਂ ਹੁੰਦੀਆਂ, ਤਾਂ ਇਹਦੇ ਨਾਲ ਅਸੀਂ ਕੀ ਕਰਦੇ ਹਾਂ, ਇਹਨਾਂ ਦੇ ਪੈਲਵਿਕ ਮਸਲ ਸਟਰੋਂਗ ਕਰਦੇ ਹਾਂ। ਪਲੱਸ ਅੱਜ ਕੱਲ੍ਹ ਪੋਸਟਮਾਰਟਮ ਡਿਪਰੈਸ਼ਨ ਬਹੁਤ ਚੱਲਿਆ ਹੋਇਆ ਹੈ। ਆਫਟਰ ਡਿਲੀਵਰੀ ਉਹਨਾਂ ਨੂੰ ਲੱਗਦਾ ਪਤਾ ਨਹੀਂ ਸਾਡੀ ਲਾਈਫ 'ਚ ਕੀ ਹੋ ਗਿਆ ਹੈ ਨਾ, ਤੁਸੀਂ ਬਾਉਂਡ ਹੋ ਜਾਂਦੇ ਹੋ, ਬਹੁਤ ਚੇਂਜਿਸ ਆ ਜਾਂਦੇ ਆ ਤੁਹਾਡੇ ਲਾਈਫ 'ਚ। ਸੋ ਇਹਦੇ ਨਾਲ ਕੀ ਹੁੰਦਾ, ਅਸੀਂ ਮੈਂਟਲੀ ਸਟਰੋਂਗ ਕਰਦੇ ਹਾਂ ਪੇਸ਼ੈਂਟਸ ਨੂੰ, ਕਿ ਉਹਨਾਂ ਨੂੰ ਪ੍ਰੀਪੇਅਰ ਕਰਾਇਆ ਜਾਂਦਾ ਉਹਨਾਂ ਦੇ ਮਾਈਂਡ ਨੂੰ, ਉਹਨਾਂ ਦੀ ਬੋਡੀ ਨੂੰ, ਕਿ ਉਹ ਜੋ ਵੀ ਉਹਨਾਂ ਦੀ ਬੋਡੀ 'ਚ ਚੇਂਜਿਸ ਆ ਰਹੇ ਆ ਜਾਂ ਉਹਨਾਂ ਦੀ ਲਾਈਫ 'ਚ ਚੇਂਜਿਸ ਆ ਰਹੇ ਨੇ, ਉਹਨਾਂ ਵਾਸਤੇ ਉਹਨਾਂ ਨੂੰ ਪ੍ਰੀਪੇਅਰ ਕਰਾਇਆ ਜਾਂਦਾ ਹੈ ਤਾਂ ਕਿ ਉਹ ਉਸ ਚੇਂਜਿਸ ਨੂੰ ਈਜ਼ੀਲੀ ਐਕਸੈਪਟ ਕਰ ਸਕਣ। ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪਤਾ ਨਹੀਂ ਕਿਸ, ਪਹਿਲੇ ਦੇਖੋ ਡਿਪਰੈਸ਼ਨ ਮੇ ਵੀ ਪਹਿਲੇ ਵੀ ਹੁੰਦੇ ਸੀ, ਲੇਕਿਨ ਲੇਡੀਜ਼ ਕੰਮ 'ਚ ਇੰਨੀਆਂ ਬਿਜ਼ੀ ਹੁੰਦੀਆਂ ਸੀ, ਉਹਨਾਂ ਨੂੰ ਟਾਈਮ ਨਹੀਂ ਹੁੰਦਾ ਸੀ ਇਹ ਸੋਚਣ ਦਾ कि ये ਕੀ ਹੋ ਰਿਹਾ ਸਾਡੇ ਨਾਲ। 11 डेज़ के बाद वो अपने घर के काम शुरू कर देते, तो उसके बाद क्या होता था कि उनको टाइम ही नहीं मिलता था। अब क्या होता है कि हम एक टाइम पीरियड चाहिए होता है रेस्ट के लिए, राइट? तो वो उस टाइम पीरियड में लेडीज़ को लगता है पता नहीं हम बाउंड हो गए किसी चीज़ में, तो बस उनको मेंटली और फिजिकली प्रिपेयर कराने के लिए योगा इज़ द बेस्ट ऑप्शन। इट इज़ द कॉम्बिनेशन ऑफ माइंड, सोल एंड बॉडी। सो इससे बेटर कुछ भी नहीं है। इट्स अ लाइक मेरे हिसाब से ये तो भक्ति है। ਮੈਮ ਅੱਜ ਦੇ ਸੈਸ਼ਨ ਦੇ ਵਿੱਚ ਕਿਹੜੀ ਐਕਸਰਸਾਈਜ਼ਸ ਕਰਵਾਈਆਂ ਗਈਆਂ? ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਜ਼ਿਆਦਾ ਮੈਡੀਟੇਸ਼ਨ 'ਤੇ ਜ਼ੋਰ ਦਿੱਤਾ ਹੈ ਤਾਂ ਕਿ ਇਹ ਮੈਂਟਲੀ ਸਟਰੋਂਗ ਹੋ ਸਕਣ, ਆਪਣੀ ਬੋਡੀ ਨੂੰ ਕੰਟਰੋਲ ਕਰ ਸਕਣ, ਹੈ ਨਾ। ਜੇ ਅਸੀਂ ਮੈਂਟਲੀ ਸਟਰੋਂਗ ਹੋਵਾਂਗੇ ਤਾਂ ਹੀ ਅਸੀਂ ਫਿਜ਼ੀਕਲੀ ਸਟਰੋਂਗ ਹੋਵਾਂਗੇ। ਇਸ ਕਰਕੇ ਜ਼ਿਆਦਾ ਇਹਨਾਂ ਨੂੰ ਮੈਡੀਟੇਸ਼ਨ ਕਰਾਈ ਗਈ ਹੈ ਔਰ ਇਹਨਾਂ ਨੂੰ ਪ੍ਰਾਣਾਯਾਮ 'ਤੇ ਜ਼ੋਰ ਦਿੱਤਾ ਗਿਆ। ਪ੍ਰਾਣਾਯਾਮ ਨਾਲ ਤੁਸੀਂ ਬਹੁਤ ਅੱਛਾ ਆਪਣੀ ਬੋਡੀ 'ਤੇ ਕੰਟਰੋਲ ਪਾ ਸਕਦੇ ਹੋ। ਪਲੱਸ ਇਹਨਾਂ ਨੂੰ ਰੀਪਰੋਡਕਟਿਵ ਸਿਸਟਮ ਦੇ ਕੁਛ ਆਸਨਸ ਕਰਾਏ ਗਏ ਹੈ। ਕੈਟ ਕਾਊ ਸਟ੍ਰੈਚ, ਬੈਕ ਏਕ ਹੋ ਜਾਂਦੀ ਹੈ ਬਿਕੋਜ਼ ਆਫ ਵੇਟ, ਅਤੇ ਉਹਦੇ ਕਰਕੇ ਕਿ ਤਾਂ ਕਿ ਇਹਨਾਂ ਦਾ ਜਿਹੜਾ ਬੋਡੀ ਵੇਟ ਹੈ ਉਹ ਕੰਟਰੋਲ ਵੀ ਰਹਿ ਸਕੇ, ਕਿਉਂਕਿ ਓਵਰ ਵੇਟ ਹੋਣ ਨਾਲ ਵੀ ਤੁਹਾਨੂੰ ਡਿਲੀਵਰੀ 'ਚ ਦਿੱਕਤ ਆਉਂਦੀ ਹੈ। ਸੋ ਥੋੜ੍ਹੇ ਸਟ੍ਰੈਚਿਸ ਕਰਾਏ ਗਏ, ਹਲਕਾ ਫੁਲਕਾ, ਜ਼ਿਆਦਾ ਤਾਂ ਨਹੀਂ ਕਰਾ ਸਕਦੇ, ਕੁਛ ਆਸਨਸ ਅਵੋਇਡ ਵੀ ਕਰਨੇ ਹੁੰਦੇ ਹੈ ਜੋ ਕਿ ਇਹਨਾਂ ਲਈ ਸੇਫ ਹੈ ਔਰ ਹਾਰਮਫੁਲ ਨਹੀਂ ਹੈ, ਉਹ ਵਾਲੇ ਆਸਨਸ ਅਸੀਂ ਕਰਾਏ ਨੇ ਇਹਨਾਂ ਨੂੰ ਅੱਜ। ਹਲਕੀ ਸਟ੍ਰੈਚਿਸ, ਹਲਕੀ ਨੈਕ ਐਕਸਰਸਾਈਜ਼, ਸ਼ੋਲਡਰ ਐਕਸਰਸਾਈਜ਼ਿਸ, ਬਸ। ਔਰ ਮੈਮ ਜਿਵੇਂ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਾਫੀ ਕੁਝ ਪ੍ਰੋਬਲਮਸ ਦੇ ਕਰਕੇ ਅੱਜ ਕੱਲ੍ਹ ਨਾਰਮਲ ਡਿਲੀਵਰੀ ਨਹੀਂ ਹੋ ਪਾਉਂਦੀ ਹੈਗੀ, ਸਿਜ਼ੇਰੀਅਨ ਕਰਨਾ ਪੈਂਦਾ, ਬਟ ਬਹੁਤ ਸਾਰੀ ਜਿਹੜੀ ਲੇਡੀਜ਼ ਨੇ ਉਹ ਚਾਹੁੰਦੀਆਂ ਨੇ ਕਿ ਨਾਰਮਲ ਡਿਲੀਵਰੀ ਹੀ ਹੋਵੇ, ਤੇ ਯੋਗਾ ਉਹਦੇ ਵਿੱਚ ਕਿੰਨੀ ਕੁ ਹੈਲਪ ਕਰਦਾ ਹੈ? ਯੋਗਾ ਬਿਲਕੁਲ ਹੈਲਪ ਕਰਦਾ ਹੈ, ਕਿਉਂਕਿ ਯੋਗਾ ਨਾਲ ਕੀ ਹੁੰਦਾ ਹੈ, ਅਸੀਂ ਐਸੇ ਆਸਨ ਕਰਾਉਂਦੇ ਹਾਂ ਸਕੁਐਟਸ ਟਾਈਪ, ਜਿਹਦੇ ਨਾਲ ਕਿ ਤੁਹਾਡੇ ਪੈਲਵਿਕ ਮਸਲ ਸਟਰੋਂਗ ਹੁੰਦੇ ਨੇ। ਪਲੱਸ ਉਹ ਤੁਹਾਨੂੰ ਪੇਨ, ਜਦੋਂ ਅਸੀਂ ਲੇਬਰ ਪੇਨਸ ਦਵਾਉਂਦੇ ਹਾਂ ਪੇਸ਼ੈਂਟ ਨੂੰ, ਉਹ ਲੇਬਰ ਪੇਨਸ ਦੇ ਵਿੱਚ ਬਹੁਤ ਹੈਲਪ ਕਰਦੇ ਨੇ, ਕਿਉਂਕਿ ਜੇ ਅਸੀਂ ਮਸਲ ਨੂੰ ਸਟਰੋਂਗ ਨਹੀਂ ਕਰਾਂਗੇ ਤਾਂ ਲੇਬਰ ਪੇਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਪੇਸ਼ੈਂਟ। ਇਸ ਕਰਕੇ ਇੱਕ ਤਾਂ ਡਰ, ਪੇਸ਼ੈਂਟਸ ਨੂੰ ਇਹ ਡਰ ਹੁੰਦਾ ਕਿ ਅਸੀਂ ਪੇਨਸ ਕਿੱਦਾਂ ਲੈਣੀਆਂ ਨੇ, ਇਸ ਕਰਕੇ ਉਹ ਪਹਿਲਾਂ ਹੀ ਕਹਿ ਦਿੰਦੇ ਅਸੀਂ ਸਰਜਰੀ ਕਰਾਉਣੀ ਹੈ, ਜਦ ਕਿ ਨਾਰਮਲ ਡਿਲੀਵਰੀ ਵਰਗੀ ਰੀਸ ਸਰਜਰੀ ਨਾਲ ਨਹੀਂ ਹੁੰਦੀ। ਸੋ ਇਸ ਕਰਕੇ ਇੱਕ ਤਾਂ ਉਹਨਾਂ ਦਾ ਕੋਈ ਵੀ ਐਕਟੀਵਿਟੀ ਨਹੀਂ ਹੁੰਦੀ, ਇਸ ਕਰਕੇ ਉਹ ਨਾਰਮਲ ਡਿਲੀਵਰੀ ਦੇ ਚਾਂਸਿਸ ਘੱਟ ਜਾਂਦੇ। ਇਹਦੇ ਨਾਲ ਕੀ ਹੁੰਦਾ, ਤੁਹਾਡੇ ਪੈਲਵਿਕ ਮਸਲ ਸਟਰੋਂਗ ਹੁੰਦੇ ਨੇ, ਪੇਨ ਦੇ ਵਿੱਚ ਤੁਹਾਨੂੰ ਹੈਲਪ ਹੁੰਦੀ ਹੈ, ਪਲੱਸ ਮੈਂਟਲੀ ਤੁਹਾਨੂੰ 9 ਮਹੀਨੇ ਸਟਰੋਂਗ ਕੀਤਾ ਜਾਂਦਾ ਕਿ ਤੁਸੀਂ ਪੇਨਸ ਲੈਣੀਆਂ ਨੇ ਐਂਡ ਯੂ ਆਰ ਕੈਪੇਬਲ ਫॉर दैट, ਕਿ ਤੁਸੀਂ ਉਹਦੇ ਲਈ ਬਿਲਕੁਲ ਕੈਪੇਬਲ ਹੋ। ਐਂਡ ਅਸੀਂ ਬੇਸਿਕਲੀ ਮੈਂਟਲੀ ਔਰ ਫਿਜ਼ੀਕਲੀ ਸਟਰੋਂਗ ਬਣਾਉਂਦੇ ਹਾਂ ਪੇਸ਼ੈਂਟ ਨੂੰ ਕਿ ਹਾਂਜੀ ਤੁਸੀਂ ਦੇਖੋ ਨਾ, ਅਗਰ ਅਸੀਂ ਸ਼ੁਰੂ ਤੋਂ ਸਿਖਾਵਾਂਗੇ ਕਿ ਇਹ ਕਰਨਾ ਹੈ, तो 9 ਮਹੀਨੇ 'ਚ ਨਾ ਮੈਂਟਲੀ ਔਰ ਫਿਜ਼ੀਕਲੀ ਸਟਰੋਂਗ ਹੋ ਜਾਂਦੇ, ਪ੍ਰੀਪੇਅਰ ਹੋ ਜਾਂਦੇ ਕਿ ਇਹ ਚੀਜ਼ ਅਸੀਂ ਕਰਨੀ ਹੈ। ਜੇ 6 ਮਹੀਨੇ ਪਹਿਲਾਂ ਕਹਿ ਦਾਂਗੇ ਬੇਟਾ ਇੰਨੀ ਤਰੀਕ ਤੁਹਾਡਾ ਪੇਪਰ ਹੈ, ਤਾਂ ਤਿਆਰੀ ਤਾਂ ਕਰੇਗਾ ਨਾ ਪੇਪਰ ਦੀ, ਬਿਨਾਂ ਤਿਆਰੀ ਕੀਤੇ ਜਾਓਗੇ ਤਾਂ ਫਿਰ ਰਿਜ਼ਲਟ ਦਾ ਫਰਕ ਆਉਂਦਾ ਹੀ ਹੈ। ਬਸ ਇਹੀ ਹੈ, ਜਿੰਨੀ ਅੱਛੀ ਤੁਹਾਡੀ ਤਿਆਰੀ ਉਨਾ ਚੰਗਾ ਰਿਜ਼ਲਟ। ਔਰ ਮੈਮ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਜੋ ਪ੍ਰੈਗਨੈਂਟ ਲੇਡੀਜ਼ ਨੇ ਕਿਸੇ ਦੀ ਪ੍ਰੋਪਰ ਗਾਈਡੈਂਸ ਦੇ ਵਿੱਚ ਹੀ ਇਹ ਸਾਰੇ ਆਸਨ ਜਿਹੜੇ ਕਿ ਕਰਨ, ਇਕੱਲੇ ਵਿੱਚ ਨਾ ਕਰਨ? ਸ਼ੋਰ, ਪਹਿਲੇ ਤਾਂ ਮੈਂ ਇਹ ਕਹੂੰਗੀ ਕਦੀ ਵੀ ਆਪਣੇ ਆਪ ਨੂੰ ਐਜ਼ ਅ ਪੇਸ਼ੈਂਟ ਨਹੀਂ ਸਮਝਣਾ। ਪਹਿਲਾਂ ਤਾਂ ਤੁਸੀਂ ਬਲੈਸਡ ਹੋ ਬਹੁਤ ਕਿ ਤੁਹਾਨੂੰ ਇਹ ਮੌਕਾ ਮਿਲਿਆ ਇੱਕ ਮਦਰ ਬਣਨ ਦਾ, ਜੋ ਕਿ ਦੁਨੀਆ ਦੀ ਸਭ ਤੋਂ ਬੜੀ ਖੁਸ਼ੀ ਹੈ। ਸਭ ਤੋਂ ਪਹਿਲੇ ਤਾਂ ਇੱਕ ਖੁਸ਼ੀ ਮਨਾਓ, ਫੀਲ that you are happy, you are lucky that you are getting this opportunity, right? और दूसरा प्रॉपर गाइडेंस, एग्जैक्टली जो मैम ने भी बताया, जो मैडम ने भी दसिया हुणे कि असी गाइडेंस तो बिना सानू ये काम नहीं करना चाहिए, क्योंकि देखो ये
ਰਿਵਰਸ ਇਫੈਕਟ ਵੀ ਹੁੰਦੇ ਆ ਜੇ ਅਸੀਂ ਪ੍ਰੋਪਰ ਲਾਈਕ ਕੁਝ ਆਸਨ ਐਸੇ ਹੁੰਦੇ ਜਿਹੜੇ ਬਹੁਤ ਅਵੋਇਡੇਬਲ ਹੁੰਦੇ ਨੇ ਜਿਨ੍ਹਾਂ ਆਸਨ ਨਾਲ ਕਰਨ ਨਾਲ ਬੇਬੀ ਨੂੰ ਬਲੱਡ ਦਾ ਪ੍ਰੋਪਰ ਨਹੀਂ ਪਹੁੰਚਦਾ ਉਹ ਆਸਨ ਬਿਲਕੁਲ ਨਹੀਂ ਕਰਨੇ ਹੁੰਦੇ ਰਿਵਰਸ ਪੋਜੀਸ਼ਨਸ ਕੁਝ ਹੁੰਦੇ ਉਲਟਾ ਲੇਟ ਕੇ ਸਿੱਧਾ ਲੇਟ ਕੇ ਇਸ ਕਰਕੇ ਇੱਕ ਪ੍ਰੋਪਰ ਗਾਈਡੈਂਸ ਦੇ ਵਿੱਚ ਹੀ ਕਰਨਾ ਚਾਹੀਦਾ ਔਰ ਇੱਕ ਲਿਮਿਟੇਸ਼ਨ ਹੁੰਦੀ ਹੈ ਕਿਉਂਕਿ ਕੁਝ ਹੀ ਆਸਨ ਅਸੀਂ ਪ੍ਰੈਗਨੈਂਸੀ 'ਚ ਕਰ ਸਕਦੇ ਹਾਂ ਸਾਰੇ ਆਸਨ ਨਹੀਂ ਕਰ ਸਕਦੇ ਸੋ ਪ੍ਰੈਗਨੈਂਟ ਲੇਡੀ ਸਾਡੇ ਨਾਲ ਹੈ ਜਿਨ੍ਹਾਂ ਨੇ ਅੱਜ ਦੇ ਸੈਸ਼ਨ ਦੇ ਵਿੱਚ ਭਾਗ ਲਿਆ ਹੈ ਐਕਸਰਸਾਈਜ਼ਸ ਕੀਤੀਆਂ ਨੇ ਯੋਗਾ ਆਸਨਸ ਕੀਤੇ ਨੇ ਕਿਵੇਂ ਦਾ ਲੱਗਿਆ ਮੈਮ ਅੱਜ ਦਾ ਸੈਸ਼ਨ ਬਹੁਤ ਜ਼ਿਆਦਾ ਸੂਦਿੰਗ ਤੇ ਰਿਲੈਕਸਿੰਗ ਸੈਸ਼ਨ ਸੀਗਾ ਤੇ ਇੱਕ ਬਹੁਤ ਹੀ ਅਮੇਜ਼ਿੰਗ ਸੈਸ਼ਨ ਜੋ ਰਾਣਾ ਹਸਪੀਟਲ ਨੇ ਆਰਗੇਨਾਈਜ਼ ਕੀਤਾ ਤਾਂ ਮੈਂ ਰਾਣਾ ਹਸਪੀਟਲ ਨੂੰ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹਾਂਗੀ ਇਸ ਸੈਸ਼ਨ ਲਈ ਤੇ ਇਹ ਸੈਸ਼ਨ ਜੋ ਬਾਰ-ਬਾਰ ਆਰਗੇਨਾਈਜ਼ ਕਰਦੇ ਰਹਿਣ ਇਸ ਲਈ ਮੈਂ ਰਿਕੁਐਸਟ ਕਰਨਾ ਚਾਹੂੰਗੀ ਥੈਂਕ ਯੂ ਸੋ ਮਚ ਮੈਮ ਕਿਵੇਂ ਦਾ ਲੱਗਿਆ ਅੱਜ ਦਾ ਸੈਸ਼ਨ ਮੈਮ ਬਹੁਤ ਵਧੀਆ ਸੀਗਾ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕਸ ਰਾਣਾ ਹਸਪੀਟਲ ਐਂਡ ਵਧੀਆ ਸੀ ਕਾਫੀ ਕਿਉਂਕਿ ਮਾਈਂਡ ਵੀ ਰਿਲੈਕਸ ਹੋਇਆ ਬਾਡੀ ਵੀ ਰਿਲੈਕਸ ਹੋਈ ਹੈ ਪ੍ਰੈਗਨੈਂਸੀ ਦੇ ਵਿੱਚ ਕਾਫੀ ਪ੍ਰੋਬਲਮ ਹੁੰਦੀ ਹੈ ਬੈਕ ਪੇਨ ਹੁੰਦੀ ਹੈ ਸੂਜਨ ਆ ਜਾਂਦੀ ਹੈ ਹੋਰ ਵੀ ਕਾਫੀ ਕ੍ਰੈਂਪਸ ਹੋ ਜਾਂਦੇ ਨੇ ਹਾਂਜੀ ਬਿਲਕੁਲ ਮੇਰੇ ਮੈਨੂੰ ਪ੍ਰੋਬਲਮ ਹੈਗੀ ਆ ਕ੍ਰੈਂਪਸ ਦੀ ਵੀ ਹੈਗੀ ਹੈ ਲੈਗਸ ਤੇ ਬੈਕ ਪੇਨ ਵੀ ਕਾਫੀ ਹੁੰਦੀ ਹੈ ਬਟ ਮੈਨੂੰ ਅੱਜ ਐਕਸਰਸਾਈਜ਼ ਤੋਂ ਬਾਅਦ ਵਿੱਚ ਮੈਨੂੰ ਲੱਗਿਆ ਕਿ ਕਾਫੀ ਰਿਲੈਕਸ ਹੈਗਾ ਹੈ ਇਫੈਕਟਿਵ ਹੈ ਥੈਂਕ ਯੂ ਸੋ ਕਾਫੀ ਰਿਲੈਕਸਿੰਗ ਰਿਹਾ ਮੈਮ ਅੱਜ ਦਾ ਸੈਸ਼ਨ ਹਾਂਜੀ ਕਾਫੀ ਅੱਛਾ ਸੀਗਾ ਤੇ ਕਾਫੀ ਮਜ਼ਾ ਵੀ ਆਇਆ ਰਿਲੈਕਸ ਵੀ ਕਾਫੀ ਹੋਇਆ ਬੜਾ ਅੱਛਾ ਲੱਗਿਆ ਅੱਛਾ ਸੀ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਮੈਮ ਫਸਟ ਟਾਈਮ ਕੀਤਾ ਸੀ ਬਟ ਬਹੁਤ ਨਾਈਸ ਲੱਗਿਆ ਬਹੁਤ ਰਿਲੈਕਸ ਮਾਈਂਡ ਰਿਲੈਕਸ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਸੋ ਅੱਜ ਦਾ ਸੈਸ਼ਨ ਜਿਹੜਾ ਕਿ ਯੋਗਾ ਕਲਾਸ ਆਰਗੇਨਾਈਜ਼ ਕੀਤੀ ਗਈ ਰਾਣਾ ਹਸਪੀਟਲ ਦੇ ਵਿੱਚ ਇਸ ਦੇ ਵਿੱਚ ਕਾਫੀ ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਨੇ ਭਾਗ ਲਿਆ ਐਕਸਰਸਾਈਜ਼ਸ ਕੀਤੀਆਂ ਨੇ ਜੋ ਜਿਵੇਂ ਕਿ ਪ੍ਰੋਬਲਮਸ ਹੁੰਦੀਆਂ ਨੇ ਪ੍ਰੈਗਨੈਂਸੀ ਦੇ ਵਿੱਚ ਲੈਗ ਕ੍ਰੈਂਪਸ ਹੁੰਦੇ ਨੇ ਬਾਡੀ ਪੇਨ ਹੁੰਦੀ ਹੈ ਬੈਕ ਪੇਨ ਹੁੰਦੀ ਹੈ ਜਾਂ ਹੋਰ ਵੀ ਜਾਂ ਫਿਰ ਲੇਡੀਜ਼ ਚਾਹੁੰਦੀਆਂ ਨੇ ਕਿ ਉਹਨਾਂ ਦੀ ਜਿਹੜੀ ਕਿ ਡਿਲੀਵਰੀ ਹੈਗੀ ਹੈ ਨਾਰਮਲ ਡਿਲੀਵਰੀ ਹੋਵੇ ਕਿਉਂਕਿ ਮਾਂ ਬਣਨਾ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਬਹੁਤ ਹੀ ਖੂਬਸੂਰਤ ਸਟੇਜ ਹੁੰਦੀ ਹੈ ਜ਼ਿੰਦਗੀ ਦੀ ਸੋ ਰਾਣਾ ਹਸਪੀਟਲ ਦੇ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਹੈ ਪ੍ਰੈਗਨੈਂਟ ਲੇਡੀਜ਼ ਨੂੰ ਐਕਸਰਸਾਈਜ਼ ਕਰਵਾਈ ਗਈ ਹੈ ਯੋਗਾ ਕਲਾਸ ਯੋਗਾ ਐਕਸਪਰਟ ਨੇ ਵੀ ਕਾਫੀ ਕੁਝ ਚੀਜ਼ਾਂ ਦੱਸੀਆਂ ਨੇ ਜਿਸ ਨੂੰ ਅਪਣਾ ਕੇ ਪ੍ਰੈਗਨੈਂਟ ਲੇਡੀਜ਼ ਆਪਣੀ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀਆਂ ਨੇ ਤੇ ਆਪਣੀ ਇਸ ਸਟੇਜ ਦਾ ਆਨੰਦ ਮਾਣ ਸਕਦੀਆਂ ਨੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਪਰਮਜੀਤ ਕੌਰ ਤੁਸੀਂ ਦੇਖਦੇ ਹੋ ਲੁਧਿਆਣਾ ਲਾਈਵ